ਵੀਡੀਓ ਦੇਖ ਰਹੇ ਸਾਰੇ ਹੀ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਇੱਕ ਟਾਈਮ ਸੀ ਜਦੋਂ ਯਾਦ ਕਰਨ ਦੀ ਸਮਰੱਥਾ ਨੂੰ ਇੰਟੈਲੀਜੈਂਸ ਮੰਨਿਆ ਜਾਂਦਾ ਸੀ। ਉਹ ਦੌਰ ਸੀ ਜਦੋਂ ਜਾਣਕਾਰੀ ਦੇ ਸਰੋਤਾਂ ਦੀ ਘਾਟ ਹੋਣ ਕਾਰਨ ਜਾਣਕਾਰੀ ਨੂੰ ਯਾਦ ਕਰਨਾ ਲਾਜ਼ਮੀ ਹੁੰਦਾ ਸੀ। ਪਰ ਅੱਜ ਦੌਰ ਬਦਲ ਚੁੱਕਾ ਹੈ। ਟੁਡੇ ਇੰਟਰਨੈਟ ਇਜ਼ ਫਲੱਡਡ ਵਿਦ ਇਨਫੋਰਮੇਸ਼ਨ। ਅੱਜ ਜਾਣਕਾਰੀ ਦੀ ਕੋਈ ਘਾਟ ਨਹੀਂ। ਵੀ ਆਰ ਜਸਟ 2 ਕਲਿਕਸ ਅਵੇ ਫਰਮ ਦੀ ਇਨਫੋਰਮੇਸ਼ਨ ਔਨ ਆਲਮੋਸਟ ਐਨੀਥਿੰਗ। ਇਸ ਗੱਲ ਨੂੰ ਆਪਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ ਤੇ ਇਸ ਗੱਲ ਨੂੰ ਆਪਣੀ ਨਿਊ ਐਜੂਕੇਸ਼ਨ ਪਾਲਿਸੀ 2020 ਨੇ ਵੀ ਐਕਸੈਪਟ ਕੀਤਾ ਤੇ ਆਪਣੇ ਬੱਚਿਆਂ ਨੂੰ ਵਾਟ ਟੂ ਥਿੰਕ ਤੋਂ ਹਾਊ ਟੂ ਥਿੰਕ ਵੱਲ ਪੁਸ਼ ਕਰਨ ਦੀ ਗੱਲ ਕੀਤੀ ਗਈ ਹੈ। ਇਸ ਗੱਲ ਤੇ ਵੀ ਬਹੁਤ ਜ਼ੋਰ ਦਿੱਤਾ ਗਿਆ ਕਿ ਬੱਚਿਆਂ ਨੂੰ ਰੋਟ ਲਰਨਿੰਗ ਤੋਂ ਹਟਾ ਕੇ ਸਮਝ ਨੂੰ ਅਪਲਾਈ ਕਿੱਦਾਂ ਕਰਨਾ, ਐਨਾਲਾਈਜ਼ ਕਿੱਦਾਂ ਕਰਨਾ, ਕ੍ਰਿਟੀਕਲ ਥਿੰਕਿੰਗ ਸਕਿੱਲਸ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਗਿਆ। ਸੋ ਇਸ ਨਵੇਂ ਐਗਜ਼ਾਮੀਨੇਸ਼ਨ ਸਿਸਟਮ ਨੂੰ ਇੱਕ ਨਵੀਂ ਲਰਨਿੰਗ ਟੈਕਨੀਕ ਦੀ ਲੋੜ ਆ। NCERT ਬੁੱਕਸ ਨੂੰ ਪੜ੍ਹਿਆ ਕਿੱਦਾਂ ਜਾਵੇ, ਕਿਉਂਕਿ ਆਮ ਤੌਰ ਤੇ ਜਦੋਂ ਆਪਾਂ ਬੱਚਿਆਂ ਨੂੰ ਕਹਿ ਦਿੰਦੇ ਆ ਨਾ ਕਿ ਤੁਹਾਨੂੰ ਚੈਪਟਰ ਨੂੰ ਤੁਸੀਂ ਸਮਝਣਾ ਤੇ ਤੁਹਾਨੂੰ ਕਿਤੋਂ ਵੀ ਕੁਐਸਚਨ ਆ ਸਕਦਾ, ਕੀ ਇਸ ਦਾ ਮਤਲਬ ਆ ਕਿ ਅਸੀਂ ਪਹਿਲੀ ਲਾਈਨ ਤੋਂ ਲੈ ਕੇ ਸਾਰੀ NCERT ਬੁੱਕ ਯਾਦ ਕਰੀਏ, ਸਾਰਾ ਸਿਲੇਬਸ ਯਾਦ ਕਰੀਏ, ਕਿਉਂਕਿ ਕਹਿੰਦੇ ਆ ਕਿ ਪੇਪਰ ਕਿਤੋਂ ਵੀ ਆ ਜਾਣਾ। ਸੋ ਇਦਾਂ ਨਹੀਂ ਹੁੰਦਾ। ਇਹ ਸਾਰੀਆਂ ਚੀਜ਼ਾਂ ਨੂੰ ਪੜ੍ਹਨ ਦਾ ਤੇ ਸਮਝਣ ਦਾ ਤੇ ਯਾਦ ਕਰਨ ਦਾ ਇੱਕ ਖਾਸ ਢੰਗ ਹੁੰਦਾ, ਖਾਸ ਟੈਕਨੀਕ ਹੁੰਦੀ ਹੈ। ਸੋ ਅੱਜ ਆਪਾਂ ਇਸੇ ਟੈਕਨੀਕ ਦੀ ਗੱਲ ਕਰਾਂਗੇ, ਕਿਉਂਕਿ ਜੋ ਚੇਂਜਸ ਲਾਸਟ ਈਅਰ ਆਪਾਂ ਆਪਣੇ ਸਕੂਲ ਦੇ ਵਿੱਚ ਕੀਤੀਆਂ ਸੀ ਐਗਜ਼ਾਮੀਨੇਸ਼ਨ ਸਿਸਟਮ ਦੇ ਵਿੱਚ, 2023 ਤੋਂ ਲੈ ਕੇ ਇਹ 10ਵੀਂ ਕਲਾਸ ਦੇ ਵਿੱਚ ਵੀ ਲਾਗੂ ਹੋ ਰਹੀਆਂ ਨੇ ਬੋਰਡ ਕਲਾਸਿਸ ਦੇ ਵਿੱਚ, ਤੇ 2025 ਤੱਕ ਇਹ 12ਵੀਂ ਕਲਾਸ ਦੇ ਵਿੱਚ ਵੀ ਲਾਗੂ ਹੋ ਜਾਣਗੀਆਂ। ਕੁਐਸਚਨਸ ਇਦਾਂ ਦੇ ਆਇਆ ਕਰਨ, ਉਹ ਕੁਐਸਚਨ ਨੂੰ ਪਹਿਲਾਂ ਬੱਚੇ ਨੂੰ ਸਮਝਣਾ ਪੈਣਾ, ਪਹਿਲਾਂ ਬੱਚੇ ਨੂੰ ਉਹਨੂੰ ਬ੍ਰੇਕ ਕਰਨਾ ਪੈਣਾ, ਉਹਨੂੰ ਐਨਾਲਾਈਜ਼ ਕਰਨਾ ਪੈਣਾ, ਫੇਰ ਹੀ ਬੱਚਾ ਉਹ ਕੁਐਸਚਨ ਦਾ ਆਨਸਰ ਲਿਖ ਪਾਊਗਾ। ਇਹਦੇ ਲਈ ਆਪਾਂ ਪੜ੍ਹਨਾ ਕਿੱਦਾਂ, ਇਸੇ ਦੇ ਉੱਪਰ ਹੀ ਅੱਜ ਆਪਾਂ ਗੱਲ ਕਰਦੇ ਹਾਂ। ਸੋ ਜਿਹੜੀ ਸਭ ਤੋਂ ਪਹਿਲੀ ਚੀਜ਼ ਆਪਾਂ ਧਿਆਨ ਰੱਖਣੀ ਆ ਪੜ੍ਹਦੇ ਹੋਏ NCERT ਬੁੱਕਸ ਨੂੰ, ਉਹ ਇਹ ਆ ਕਿ ਆਪਾਂ NCERT ਬੁੱਕਸ ਨੂੰ ਐਜ਼ ਅ ਨੋਵਲ ਨਹੀਂ ਪੜ੍ਹਨਾ। ਹੁਣ ਨੋਵਲ ਪੜ੍ਹਨ ਦੇ ਵਿੱਚ ਤੇ ਇੱਕ ਜਿਹੜੀ ਸਕੂਲ ਦੀ ਬੁੱਕ ਹੁੰਦੀ ਆ ਜਾਂ ਕਿਸੇ ਕੰਪੀਟੀਟਿਵ ਐਗਜ਼ਾਮਸ ਦੀ ਬੁੱਕ ਹੁੰਦੀ, ਉਹਦੇ ਪੜ੍ਹਨ ਦੇ ਵਿੱਚ ਫਰਕ ਹੁੰਦਾ। ਨੋਵਲ ਦੇ ਵਿੱਚ ਆਪਾਂ ਸਟਾਰਟਿੰਗ ਤੋਂ ਪੜ੍ਹਨਾ ਸਟਾਰਟ ਕਰਦੇ ਹਾਂ ਤੇ ਆਪਾਂ ਐਂਡ ਤੱਕ ਪੜ੍ਹਦੇ ਹਾਂ। ਤੁਸੀਂ ਕੋਈ ਵੀ ਚੈਪਟਰ ਜਦੋਂ ਬੁੱਕ ਦਾ ਖੋਲ੍ਹਿਆ ਤਾਂ ਤੁਸੀਂ ਸਭ ਤੋਂ ਪਹਿਲਾਂ ਕਿ ਸਾਰੇ ਪੇਜਸ ਨੂੰ ਚੰਗੇ ਤਰੀਕੇ ਨਾਲ, ਜੋ ਵੀ ਡਾਇਗਰਾਮਸ ਬਣੀਆਂ ਨੇ ਉਹਨਾਂ ਨੂੰ ਧਿਆਨ ਨਾਲ ਦੇਖਣਾ, ਉਹਨਾਂ ਨੂੰ ਆਪਣੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਕੀ ਦਿਖ ਰਿਹਾ ਡਾਇਗਰਾਮਸ ਦੇ ਵਿੱਚ, ਤੇ ਜੋ ਵੀ ਚਾਰਟਸ ਦਿੱਤੇ ਹੋਣਗੇ ਜਾਂ ਜੋ ਵੀ ਮੈਪਸ ਦਿੱਤੇ ਹੋਣਗੇ ਇੱਕ ਤਰੀਕੇ ਨਾਲ ਬੁੱਕ ਦੇ ਲੇਆਊਟ ਦੇ ਵਿੱਚੋਂ ਸਕਿਮਿੰਗ ਕਰਨੀ ਹੈ। ਜਿੱਦਾਂ ਅੱਖਾਂ ਦੇ ਵਿੱਚ ਦੀ ਲੰਘਾਉਣਾ ਸਾਰੇ ਚੈਪਟਰ ਨੂੰ, ਇਦਾਂ ਹੀ ਸਾਰੀਆਂ ਪਿਕਚਰਸ ਨੂੰ ਧਿਆਨ ਨਾਲ ਦੇਖਦੇ ਬੱਚੇ ਨੇ ਇੱਕ ਨਿਗਾਹ ਮਾਰ ਲੈਣੀ ਚੈਪਟਰ ਦੇ ਉੱਪਰ, ਸਾਰੀਆਂ ਡਾਇਗਰਾਮਸ ਦੇ ਉੱਪਰ। ਇਹ ਪਹਿਲਾ ਸਟੈਪ ਆ ਆਪਣਾ। ਡਾਇਗਰਾਮ ਨੂੰ ਦੇਖਦੇ ਹੋਏ ਆਪਾਂ ਉਹ ਡਾਇਗਰਾਮ ਦੇ ਥੱਲੇ ਜੋ ਡਿਸਕ੍ਰਿਪਸ਼ਨ ਦਿੱਤੀ ਆ, ਆਪਾਂ ਉਹ ਡਿਸਕ੍ਰਿਪਸ਼ਨ ਨੂੰ ਪੜ੍ਹਨਾ ਤੇ ਨਾਲ ਦੀ ਨਾਲ ਆਪਾਂ ਜਿਵੇਂ ਆ ਡਾਇਗਰਾਮਸ ਦਿੱਤੀਆਂ ਨੇ, ਆਪਾਂ ਇਹ ਡਿਸਕ੍ਰਿਪਸ਼ਨ ਨੂੰ ਪੜ੍ਹਨਾ ਤੇ ਆਪਾਂ ਨਾਲ ਦੀ ਨਾਲ ਅੱਗੇ ਜਾਈ ਜਾਣਾ, ਡਿਸਕ੍ਰਿਪਸ਼ਨ ਨੂੰ ਪੜ੍ਹਨਾ। ਸੋ ਇਹ ਡਾਇਗਰਾਮ ਹੋ ਸਕਦੀ ਹੈ, ਇਹ ਮੈਪ ਹੋ ਸਕਦਾ। ਸੋ ਦਿਸ ਇਜ਼ ਦ ਸਟੈਪ ਨੰਬਰ 1। ਸਟੈਪ ਨੰਬਰ 2 ਕਿ ਚੈਪਟਰ ਦੇ ਜਦੋਂ ਚੈਪਟਰ ਖਤਮ ਹੋ ਜਾਊਗਾ, ਚੈਪਟਰ ਦੇ ਐਂਡ ਤੇ ਤੁਸੀਂ ਦੇਖੋਗੇ ਕੁਝ ਕੁਐਸਚਨਸ ਦਿੱਤੇ ਹੁੰਦੇ ਆ, ਟਰੂ ਫਾਲਸ ਦਿੱਤਾ ਹੁੰਦਾ ਜਾਂ ਮੈਚ ਦ ਕਾਲਮਸ ਦਿੱਤੇ ਹੁੰਦੇ ਆ ਜਾਂ ਫਿਲ ਇਨ ਦਾ ਬਲੈਂਕਸ ਦਿੱਤੇ ਹੋ ਸਕਦੇ ਆ। ਸੋ ਉਹ ਸਾਰੇ ਕੁਐਸਚਨਸ ਨੂੰ, ਫਿਲ ਇਨ ਦਾ ਬਲੈਂਕਸ ਨੂੰ ਬੱਚੇ ਨੇ ਪੜ੍ਹ ਲੈਣਾ। ਇਹ ਸਟੈਪ ਨੰਬਰ 2 ਆ। ਆਮ ਤੌਰ ਤੇ ਆਪਾਂ ਕੀ ਗਲਤੀ ਕਰਦੇ ਆ ਕਿ ਟੀਚਰਸ ਚੈਪਟਰ ਕਰਵਾ ਦਿੰਦੇ ਆ, ਆਪਾਂ ਨੂੰ ਧਿਆਨ ਨਾਲ ਸੁਣਦੇ ਆ, ਫਿਰ ਉਸ ਤੋਂ ਬਾਅਦ ਆਪਾਂ ਸਿੱਧੇ ਕੁਐਸਚਨ ਆਨਸਰ ਯਾਦ ਕਰਨ ਲੱਗ ਜਾਂਦੇ ਆ। ਉਹ ਇੱਕ ਪੁਰਾਣੀ ਟੈਕਨੀਕ ਆ ਜੋ ਨਵੇਂ ਐਗਜ਼ਾਮੀਨੇਸ਼ਨ ਸਿਸਟਮ ਤੇ ਵਰਕ ਨਹੀਂ ਕਰੂਗੀ। ਸਭ ਤੋਂ ਪਹਿਲਾਂ ਆਪਾਂ ਸਿਰਫ ਪਿਕਚਰਸ ਦੇਖਣੀਆਂ ਨੇ, ਆਪਾਂ ਜੋ ਵੀ ਆਪਾਂ ਨੂੰ ਕੈਚੀ ਲੱਗਦਾ ਉਹ ਪੇਜਸ ਦੇ ਉੱਪਰ, ਜਦੋਂ ਆਪਾਂ ਪੇਜਸ ਦੇ ਵਿੱਚੋਂ ਲੰਘਣਾ, ਜੋ ਵੀ ਆਪਣੀਆਂ ਅੱਖਾਂ ਨੂੰ ਖਿੱਚਦਾ ਪੇਜਸ ਦੇ ਉੱਪਰ, ਆਪਾਂ ਉਹ ਚੀਜ਼ ਨੂੰ ਇੱਕ ਵਾਰ ਦੇਖਣਾ। ਤੇ ਸੈਕਿੰਡ ਸਟੈਪ ਦੇ ਵਿੱਚ ਆਪਾਂ ਉਹਨੂੰ ਕਵਰ ਕਰਦੇ ਜਿੱਦਾਂ ਹੀ ਆਪਾਂ ਐਂਡਲੇ ਪੇਜ ਤੇ ਆ ਜਾਵਾਂਗੇ ਤਾਂ ਜੋ ਵੀ ਕੁਇਜ਼ ਦਿੱਤੀ ਆ ਜਾਂ ਜੋ ਵੀ ਕੁਐਸਚਨਸ ਦਿੱਤੇ ਉਹਨੂੰ ਆਪਾਂ ਉਹਦੇ ਉੱਪਰ ਇੱਕ ਵਾਰ ਨਜ਼ਰ ਮਾਰ ਲੈਣੀ ਹੈ। ਸੋ ਇਹਦੇ ਨਾਲ ਕੀ ਹੋਊਗਾ, ਆਪਾਂ ਨੂੰ ਇੱਕ ਕਲੈਰਿਟੀ ਹੋ ਜਾਊਗੀ ਕਿ ਕਿਹੜੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਦੇ ਉੱਪਰ ਫੋਕਸ ਕੀਤਾ ਗਿਆ ਚੈਪਟਰ ਦੇ ਵਿੱਚ, ਕਿ ਕਿਹੜੀਆਂ ਗੱਲਾਂ ਨੇ ਜਿਹੜੀਆਂ ਇੰਪੋਰਟੈਂਟ ਨੇ, ਕਿ ਜਦੋਂ ਮੈਂ ਚੈਪਟਰ ਨੂੰ ਪੜ੍ਹਨਾ ਕਿਹੜੀਆਂ ਗੱਲਾਂ ਦੇ ਉੱਪਰ ਮੈਂ ਜ਼ਿਆਦਾ ਧਿਆਨ ਦੇਣਾ। ਸੋ ਜਿਹੜਾ ਸਟੈਪ ਨੰਬਰ 3 ਆ, ਉਹ ਜਦੋਂ ਤੁਸੀਂ ਇੱਕ ਵਾਰ ਸਾਰੇ ਕੁਐਸਚਨਸ ਪੜ੍ਹ ਚੁੱਕੇ ਹੋ ਆਪਣੇ, ਜੋ ਤੁਸੀਂ ਆਪਣੇ ਸੁਜੈਸਟਡ ਪ੍ਰੋਜੈਕਟਸ ਜਿਹੜੇ ਨੇ ਜਾਂ ਐਕਟੀਵਿਟੀਜ਼ ਨੇ, ਜਾਂ ਆਪਾਂ ਦੁਬਾਰਾ ਪੇਜ ਨੰਬਰ 1 ਤੇ ਚੱਲ ਜਾਣਾ। ਸੋ ਇਹਦੇ ਵਿੱਚ ਆਪਾਂ ਕੀ ਕਰਨਾ, ਹੁਣ ਜਿੰਨੇ ਵੀ ਲੈਟਰਸ, ਬੋਲਡ ਲੈਟਰਸ ਦੇ ਵਿੱਚ ਜੋ ਵੀ ਲਿਖਿਆ ਹੋਇਆ, ਜਿਵੇਂ ਟੌਪਿਕਸ ਹੋ ਗਏ, ਫੂਡ ਵੈਰਾਈਟੀ ਹੋ ਗਿਆ ਫਰਸਟ ਟੌਪਿਕ, ਸਭ ਤੋਂ ਪਹਿਲਾਂ ਟਾਈਟਲ ਹੋ ਗਿਆ ਬੁੱਕ ਦਾ, ਫੂਡ ਵੇਅਰ ਡਜ਼ ਇਟ ਕਮ ਫਰੋਮ, ਫਿਰ ਜਿੰਨਾ ਕੁਝ ਵੀ ਬੋਲਡ ਲੈਟਰਸ ਦੇ ਵਿੱਚ ਲਿਖਿਆ ਹੋਇਆ, ਜਿਵੇਂ ਵਾਟ ਡੂ ਵੀ ਈਟ, ਨੇਮ ਆਫ ਦ ਸਟੂਡੈਂਟ, ਫਰੈਂਡ, ਆਪਾਂ ਟੇਬਲ ਨੂੰ ਪੜ੍ਹਿਆ, ਇਨਗਰੀਡੀਐਂਟਸ ਹੋ ਗਏ, ਆਪਾਂ ਇਨਗਰੀਡੀਐਂਟਸ ਵਾਲਾ ਵਰਡ ਪੜ੍ਹਿਆ, ਨਾਲ ਆਪਾਂ ਕੋਸ਼ਿਸ਼ ਕੀਤੀ ਹੈ ਲਾਈਨ ਪੜ੍ਹਨ ਦੀ, ਜਸਟ 2 ਮਟੀਰੀਅਲਸ ਔਰ ਇਨਗਰੀਡੀਐਂਟਸ ਆਰ ਨੀਡਡ ਟੂ ਪ੍ਰਿਪੇਅਰ ਅ ਡਿਸ਼ ਆਫ ਬੋਇਲਡ ਰਾਈਸ। ਸੋ ਜਿੰਨੇ ਵੀ ਬੋਲਡ ਲੈਟਰਸ ਨੇ ਆਪਾਂ ਇਹ ਸਾਰੇ ਆਪਣੀਆਂ ਅੱਖਾਂ ਦੇ ਵਿੱਚੋਂ ਕੱਢਣੇ ਆ। ਇੱਦਾਂ ਆਪਾਂ ਪੇਜਸ ਤੋਂ ਅੱਗੇ ਜਾਈ ਜਾਣਾ ਤੇ ਸਾਰੇ ਬੋਲਡ ਲੈਟਰਸ ਨੂੰ ਆਪਾਂ ਧਿਆਨ ਨਾਲ ਦੇਖਦੇ ਹੋਏ ਆਪਣੇ ਇੱਕ ਵਾਰ ਨਜ਼ਰ ਮਾਰੀ ਜਾਣੀ ਹੈ। ਪਲਾਂਟ ਪਾਰਟਸ ਐਂਡ ਐਨੀਮਲ ਪ੍ਰੋਡਕਟਸ ਐਜ਼ ਅ ਫੂਡ ਜਿੱਦਾਂ ਇਹਨਾਂ ਨੇ ਲਿਖਿਆ, ਜਿੱਦਾਂ ਇਹਨਾਂ ਨੇ ਐਡੀਬਲ ਪਾਰਟਸ ਲਿਖਿਆ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਆਪਾਂ ਨਜ਼ਰ ਮਾਰਦੇ ਆਪਾਂ ਅੱਗੇ ਜਾਈ ਜਾਣਾ।
ਜਿੱਦਾਂ ਇਸ ਪੇਜ ਦੇ ਉੱਪਰ ਹਰਬੀਵੋਰਸ ਲਿਖਿਆ, ਕਾਰਨੀਵੋਰਸ ਲਿਖਿਆ, ਓਮਨੀਵੋਰਸ ਲਿਖਿਆ, ਆਪਾਂ ਇੱਕ ਵਾਰ ਪੜ੍ਹ ਲੈਣਾ। ਐਨੀਮਲਸ ਵਿਚ ਈਟ ਓਨਲੀ ਪਲਾਂਟਸ ਔਰ ਪਲਾਂਟ ਪ੍ਰੋਡਕਟਸ ਇਨ ਗਰੁੱਪ 1 ਥੀਸ ਆਰ ਕਾਲਡ ਹਰਬੀਵੋਰਸ, ਆਪਾਂ ਇੱਕ ਵਾਰ ਪੜ੍ਹ ਲੈਣਾ। ਸੋ ਜਿੰਨਾ ਵੀ ਬੋਲਡ ਲੈਟਰਸ ਦੇ ਵਿੱਚ ਦਿੱਤਾ, ਜਿੰਨੀ ਵੀ ਇਨਫੋਰਮੇਸ਼ਨ, ਉਹ ਸਾਰੀ ਨੂੰ ਆਪਾਂ ਇੱਕ ਵਾਰ ਪੜ੍ਹ ਲੈਣਾ। ਸੋ ਇਹ ਹੈਗਾ ਆਪਣਾ ਸਟੈਪ ਨੰਬਰ 3। ਇਹ ਸਾਰੀਆਂ ਬੋਲਡ ਲੈਟਰਸ ਨੂੰ ਪੜ੍ਹਨ ਦਾ ਆਪਣਾ ਮਕਸਦ ਕੀ ਆ ਕਿ ਸਾਰਾ ਇੱਕ ਜੋ ਸਕੈਲੇਟਨ ਹੁੰਦਾ, ਜੋ ਸਾਰਾ ਇੱਕ ਸਟਰਕਚਰ ਹੁੰਦਾ ਚੈਪਟਰ ਦਾ, ਬ੍ਰੇਨ ਦੇ ਵਿੱਚ ਫੀਡ ਹੋ ਜਾਂਦਾ। ਆਪਾਂ ਡਿਫਰੈਂਟ ਆਸਪੈਕਟਸ ਨੇ ਜਿਹੜੇ ਚੈਪਟਰ ਦੇ, ਆਪਾਂ ਉਹਦੇ ਨਾਲ ਰਿਲੇਟ ਕਰਨ ਲੱਗ ਜਾਂਦੇ ਆ ਕਿ ਅੱਛਾ ਇਹ ਚੈਪਟਰ ਦੇ ਵਿੱਚ ਮੈਂ ਆਹ ਚੀਜ਼ ਪੜ੍ਹਨੀ ਆ, ਫਿਰ ਉਸ ਤੋਂ ਬਾਅਦ ਮੈਂ ਆਹ ਚੀਜ਼ ਪੜ੍ਹਨੀ ਆ, ਤੇ ਉਸ ਤੋਂ ਬਾਅਦ ਮੈਂ ਆਹ ਚੀਜ਼ ਪੜ੍ਹਨੀ ਆ। ਇਹੀ ਪੁਆਇੰਟ ਨੂੰ ਐਮਫਸਾਈਜ਼ ਕਰਨ ਲਈ ਜ਼ਿਆਦਾ, ਕਿਉਂਕਿ ਜਿੰਨੇ ਵੀ ਐਨਾਲਿਸਿਸ ਕੁਐਸਚਨਸ ਹੁੰਦੇ ਆ ਉਹ ਇਹੀ ਚੀਜ਼ ਆਪਣੀ ਟੈਸਟ ਕਰਦੇ ਆ ਕਿ ਆਪਾਂ ਚੈਪਟਰ ਦੇ ਜਿਹੜੇ ਵੱਖੋ ਵੱਖਰੇ ਏਰੀਆਜ਼ ਨੇ ਕਿ ਆਪਾਂ ਉਹਦੇ ਨਾਲ ਆਪਸੀ ਲਿੰਕ ਬਣਾ ਪਾਉਂਦੇ ਆ ਕਿ ਨਹੀਂ ਬਣਾ ਪਾਉਂਦੇ। ਸੋ ਇਹਦੇ ਰਿਲੇਟਡ ਆਪਣੇ ਟੀਚਰਸ ਤੁਹਾਨੂੰ ਮਾਈਂਡ ਮੈਪਸ ਵੀ ਪ੍ਰੋਵਾਈਡ ਕਰਵਾ ਰਹੇ ਹੋਣਗੇ। ਜੇ ਇਨ ਕੇਸ ਕਿਸੇ ਵੀ ਬੱਚੇ ਨੂੰ ਮਾਈਂਡ ਮੈਪ ਨਹੀਂ ਮਿਲਦਾ ਤਾਂ ਆਪਣੇ ਟੀਚਰ ਨਾਲ ਕੰਟੈਕਟ ਜ਼ਰੂਰ ਕਰੋ, ਤੇ ਹਰ ਚੈਪਟਰ ਲਈ ਮਾਈਂਡ ਮੈਪ ਲਾਜ਼ਮੀ ਆ। ਇਹੀ ਕੰਮ ਹੁੰਦਾ ਮਾਈਂਡ ਮੈਪ ਦਾ। ਸੋ ਜਿੰਨੇ ਵੀ ਟੌਪਿਕਸ ਹੁੰਦੇ ਆ, ਮਾਈਂਡ ਮੈਪ ਉਹਨੂੰ ਇੱਕ ਡਾਇਗਰਾਮੈਟਿਕ ਫਾਰਮ ਦੇ ਵਿੱਚ ਅਰੇਂਜ ਕਰ ਦਿੰਦਾ। ਤੇ ਜਿਹੜੀ ਆਪਣੀ ਚੌਥੀ ਸਟੇਜ ਹੈਗੀ ਆ ਉਹ ਹੈਗੀ ਆ ਕਿ ਆਪਾਂ ਫਰਸਟ ਪੈਰਾਗ੍ਰਾਫ ਪੜ੍ਹਨਾ ਹੁਣ, ਵੋਟ ਤੋਂ ਲੈ ਕੇ ਇਜ਼ਨ ਇਟ ਤੱਕ। ਸੋ ਇਹ ਫਰਸਟ ਆਪਣਾ ਪੈਰਾਗ੍ਰਾਫ ਆ, ਇਹ ਫਰਸਟ ਪੈਰਾਗ੍ਰਾਫ ਪੜ੍ਹ ਲੈਣਾ ਆਪਾਂ। ਇੱਥੋਂ ਆਪਾਂ ਨੂੰ ਪਤਾ ਲੱਗ ਜੂ ਕਿ ਚੈਪਟਰ ਆਪਾਂ ਨੂੰ ਕਾਫੀ ਆਈਡੀਆ ਹੋ ਚੁੱਕਿਆ। ਇੱਥੇ ਆਪਾਂ ਨੂੰ ਪਤਾ ਲੱਗ ਜੂ ਫਰਸਟ ਪੈਰਾਗ੍ਰਾਫ ਜਿਹੜਾ ਹੁੰਦਾ ਉਹ ਹਮੇਸ਼ਾ ਦੱਸ ਦਿੰਦਾ ਕਿ ਚੈਪਟਰ ਦੇ ਗੋਲਸ ਤੇ ਆਬਜੈਕਟਿਵਸ ਕੀ ਆ, ਕਿ ਮਕਸਦ ਕੀ ਹੈ ਚੈਪਟਰ ਦਾ, ਕੀ ਦੱਸਣਾ ਚਾਹੁੰਦਾ ਹੈ ਚੈਪਟਰ ਆਪਾਂ ਨੂੰ। ਉਸ ਤੋਂ ਬਾਅਦ ਆਪਾਂ ਐਂਡਲਾ ਪੇਜ ਖੋਲ੍ਹ ਲੈਣਾ। ਆਪਾਂ ਵਿੱਚ ਕੁਛ ਵੀ ਨਹੀਂ ਪੜ੍ਹਨਾ, ਆਪਾਂ ਲਾਸਟ ਪੇਜ ਖੋਲ੍ਹ ਲੈਣਾ, ਉਹਦਾ ਲਾਸਟ ਪੈਰਾਗ੍ਰਾਫ ਪੜ੍ਹਨਾ ਆਪਾਂ। ਵੀ ਨੋ ਦੈਟ, ਜਿੱਦਾਂ ਦੇਰ ਆਰ ਮੈਨੀ ਅਮੰਗਸਟ ਅਸ ਹੂ ਡੂ ਨਾਟ ਗੈਟ ਸਫੀਸ਼ੀਐਂਟ ਫੂਡ। ਸੋ ਜਿੱਦਾਂ ਇਹ ਲਾਸਟ ਪੈਰਾਗ੍ਰਾਫ ਆ, ਲਾਸਟ ਪੈਰਾਗ੍ਰਾਫ ਹਮੇਸ਼ਾ ਇਹ ਦੱਸਦਾ ਹੁੰਦਾ, ਸਮਰਾਈਜ਼ ਕਰਦਾ ਹੁੰਦਾ ਕਿ ਸਾਰੇ ਚੈਪਟਰ ਨੂੰ ਇੱਕ ਤਰੀਕੇ ਨਾਲ ਇੱਕ ਪੈਰੇ ਦੇ ਵਿੱਚ ਬੰਨ੍ਹ ਦਿੰਦਾ ਹੁੰਦਾ। ਸੋ ਜਦੋਂ ਆਪਾਂ ਫਰਸਟ ਪੈਰਾਗ੍ਰਾਫ ਪੜ੍ਹ ਲਿਆ ਤੇ ਲਾਸਟ ਪੈਰਾਗ੍ਰਾਫ ਪੜ੍ਹ ਲਿਆ, ਹੁਣ ਆਪਾਂ ਨੂੰ ਕਲੀਅਰ ਹੋ ਗਿਆ ਹੋਰ ਵੀ ਜ਼ਿਆਦਾ ਕਿ ਚੈਪਟਰ ਦਾ ਮਕਸਦ ਕੀ ਆ। ਤੇ ਦੂਜੀ ਜਿਹੜੀ ਪੁਆਇੰਟ ਸੀਗੀ ਉਹ ਹੈਗਾ ਕਿ ਚੈਪਟਰ ਦੇ ਵਿੱਚੋਂ ਆਊਟਪੁੱਟ ਕੀ ਨਿਕਲਦੀ ਹੈ, ਕਿ ਕਿਹੜੇ ਏਰੀਆਜ਼ ਦੇ ਉੱਪਰ ਮੈਂ ਧਿਆਨ ਦੇਣਾ। ਹੁਣ ਜਿਹੜੀ ਇਹ ਟੈਕਨੀਕ ਆ, ਇਹਦਾ ਮਕਸਦ ਕੰਪਰੀਹੈਂਸਿਵ ਰੀਡਿੰਗ ਨਹੀਂ ਹੈਗਾ। ਇਹਦਾ ਮਕਸਦ ਆ ਆਪਣੇ ਆਪ ਨੂੰ ਮੈਂਟਲੀ ਇਹ ਚੈਪਟਰ ਲਈ ਤਿਆਰ ਕਰਨਾ, ਤਾਂ ਕਿ ਆਪਾਂ ਸਮਝ ਸਕੀਏ ਕਿ ਚੈਪਟਰ ਦੇ ਵਿੱਚ ਹੈ ਕੀ ਆ, ਚੈਪਟਰ ਨੂੰ ਮੈਂ ਪੜ੍ਹਨਾ ਕਿਵੇਂ ਆ, ਚੈਪਟਰ ਮੈਥੋਂ ਮੰਗਦਾ ਕੀ ਆ। ਸੋ ਜਿੰਨਾ ਟਾਈਮ ਆਪਾਂ ਨੂੰ ਇਹ 3-4 ਪੁਆਇੰਟਸ ਕਲੀਅਰ ਨਹੀਂ ਹੁੰਦੇ, ਆਪਾਂ ਬੈਠ ਕੇ ਜਿੰਨੇ ਮਰਜ਼ੀ ਰੱਟੇ ਮਾਰੀ ਜਾਈਏ, ਉਹਦੀ ਕਦੇ ਵੀ ਐਫੀਸ਼ੀਐਂਸੀ, ਇਫੈਕਟਿਵ ਲਰਨਿੰਗ ਨਹੀਂ ਹੋ ਸਕਦੀ ਆਪਣੀ। ਸੋ ਇਹ ਜਿਹੜੀ ਟੈਕਨੀਕ ਆ, ਇਹ ਆਪਾਂ ਨੂੰ ਐਕਸਪੋਜ਼ਰ ਦਿੰਦੀ ਆ ਚੈਪਟਰ ਦੇ ਲਈ, ਚੈਪਟਰ ਨੂੰ ਐਕਸਪੋਜ਼ ਕਰਦੀ ਆ। ਚੈਪਟਰ ਨੂੰ ਆਪਾਂ ਪੂਰੇ ਸਹੀ ਤਰੀਕੇ ਨਾਲ ਆਪਣੀ ਅੱਖਾਂ ਦੇ ਵਿੱਚੋਂ ਕੱਢ ਲੈਂਦੇ, ਆਪਾਂ ਸਮਝ ਜਾਂਦੇ ਕਿ ਚੈਪਟਰ ਦੇ ਵਿੱਚ ਹੈ ਕੀ। ਤੇ ਇਸ ਤੋਂ ਬਾਅਦ ਜਿਹੜੀ ਲਰਨਿੰਗ ਹੁੰਦੀ ਆ, ਤੁਸੀਂ ਦੇਖੋਗੇ ਕਿ ਤੁਹਾਡੇ ਲਈ ਯਾਦ ਕਰਨੀਆਂ ਚੀਜ਼ਾਂ ਬਹੁਤ ਜ਼ਿਆਦਾ ਸੌਖੀਆਂ ਹੋ ਜਾਣਗੀਆਂ। ਉਹ ਬਹੁਤ ਸੌਖੀ ਜੀ ਲੱਗਦੀ ਹੈ, ਜਿਵੇਂ ਆਪਾਂ ਪਹਿਲੀ ਲਾਈਨ ਤੋਂ ਲੱਗ ਜਾਂਦੇ ਹਾਂ ਪੜ੍ਹਨ ਤੇ ਯਾਦ ਕਰਨ। ਪਰ ਤੁਸੀਂ ਇੱਕ ਚੀਜ਼ ਦੇਖਿਆ ਹੋਣਾ ਕਿ ਉਹਦੇ ਵਿੱਚ ਆਪਾਂ ਨੂੰ ਕਿੰਨੀ ਜਹਿਦ ਕਰਨੀ ਪੈਂਦੀ ਆ ਯਾਦ ਕਰਨ ਲਈ। ਤੇ ਕਈ ਵਾਰ ਇੰਨਾ ਯਾਦ ਕਰਨ ਤੋਂ ਬਾਅਦ ਵੀ ਆਪਾਂ ਪੇਪਰ ਦੇ ਵਿੱਚ ਆਨਸਰ ਸਹੀ ਢੰਗ ਨਾਲ ਨਹੀਂ ਲਿਖ ਸਕਦੇ। ਸੋ ਜਿਹੜੀ ਇਹ ਅਪਰੋਚ ਆ, ਇਹ ਜਿੰਨੇ ਵੀ ਕੁਐਸਚਨਸ ਫਰੇਮ ਕੀਤੇ ਜਾਣਗੇ, ਜੇ ਕੋਈ ਵੀ ਬੱਚਾ ਇਸ ਢੰਗ ਨਾਲ ਪੜ੍ਹੂਗਾ ਤਾਂ ਉਹਨੂੰ ਕੁਐਸਚਨ ਕਿੱਦਾਂ ਦਾ ਵੀ ਆ ਜਾਵੇ ਉਹ ਚੈਪਟਰ ਦੇ ਵਿੱਚੋਂ, ਉਹ ਬੱਚਾ ਇਸ ਪੋਜੀਸ਼ਨ ਦੇ ਵਿੱਚ ਹੋਊਗਾ ਕਿ ਉਹ ਚੈਪਟਰ ਨੂੰ ਚੰਗੀ ਤਰ੍ਹਾਂ ਸਮਝਦਾ, ਗਹਿਰਾਈ ਨਾਲ ਸਮਝਦਾ, ਤੇ ਉਹ ਵਧੀਆ ਆਨਸਰ ਦੇ ਪਾਊਗਾ ਡਿਫਰੈਂਟ ਆਸਪੈਕਟਸ ਚੈਪਟਰ ਦੇ ਰਿਲੇਟ ਕਰਦੇ ਹੋਏ। ਸੋ ਇਹਦੇ ਵਿੱਚ ਜਿਹੜਾ ਮੇਨ ਪ੍ਰਿੰਸੀਪਲ ਕੰਮ ਕਰਦਾ ਹੈ ਸਾਰੇ ਲਰਨਿੰਗ ਟੈਕਨੀਕ ਦੇ ਪਿੱਛੇ, ਉਹ ਹੈਗਾ ਕਿ ਰੈਟੀਕੂਲਰ ਐਕਟੀਵੇਟਿੰਗ ਸਿਸਟਮ ਆਪਾਂ ਕਹਿੰਦੇ ਹਾਂ, ਜਿਵੇਂ ਸੌਰਟ ਆਫ ਇੰਟਰਨਲ ਰਡਾਰ ਜਿਹੜੀ ਹੁੰਦੀ ਹੈ। ਸੋ ਇੱਕ ਤਰੀਕੇ ਨਾਲ ਮਾਨਸਿਕ ਤੌਰ 'ਤੇ ਮੈਂਟਲੀ ਆਪਾਂ ਆਪਣੇ ਬ੍ਰੇਨ ਨੂੰ ਤਿਆਰ ਕਰ ਲੈਂਦੇ ਹਾਂ ਉਹ ਇਨਫੋਰਮੇਸ਼ਨ ਨੂੰ ਆਪਣੇ ਬ੍ਰੇਨ ਦੇ ਵਿੱਚ ਸਟੋਰ ਕਰਨ ਲਈ। ਜਿਵੇਂ ਕਹਿੰਦੇ ਨਾ, ਕੋਈ ਵੀ ਚੀਜ਼ ਯਾਦ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਉਹਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਇਕੱਠੀ ਕਰਨੀ ਸ਼ੁਰੂ ਕਰੋ, ਤੇ ਉਹਦੇ ਨਾਲ ਕੀ ਹੁੰਦਾ, ਆਪਣੇ ਬ੍ਰੇਨ ਦੀ ਉਹ ਇਨਫੋਰਮੇਸ਼ਨ ਲਈ ਐਕਸੈਪਟੈਂਸ ਵੱਧ ਜਾਂਦੀ ਹੈ, ਇੱਕ ਗਰਾਊਂਡ ਬਣ ਜਾਂਦਾ ਕਿ ਹੁਣ ਆਪਾਂ ਉਹ ਸਾਰੀ ਇਨਫੋਰਮੇਸ਼ਨ ਉੱਥੇ ਲੋਡ ਕਰ ਸਕਦੇ ਹਾਂ। ਉਹ ਸਾਰੀ ਜਿਹੜੀ ਸਾਇੰਟੀਫਿਕ ਟਰਮ ਆ ਜਿਹੜੀ ਇਸ ਟੈਕਨੀਕ ਲਈ, ਉਹ ਹੈਗੀ ਹੈ ਰੈਟੀਕੂਲਰ ਐਕਟੀਵੇਟਿੰਗ ਸਿਸਟਮ। ਜਿਵੇਂ ਕਿ ਤੁਸੀਂ ਦੇਖਿਆ ਹੋਣਾ ਕਿ ਜਦੋਂ ਆਪਾਂ ਕਾਰ ਪਰਚੇਜ਼ ਕਰਦੇ ਹਾਂ, ਜੇ ਆਪਾਂ ਨੀਲੇ ਰੰਗ ਦੀ ਕਾਰ ਲੈ ਲਈਏ ਤਾਂ ਆਪਾਂ ਨੂੰ ਨੀਲੇ ਰੰਗ ਦੀਆਂ ਕਾਰਾਂ ਹੋਰ ਵੀ ਬਹੁਤ ਜ਼ਿਆਦਾ ਦਿਖਣ ਲੱਗ ਜਾਂਦੀਆਂ ਨੇ ਬਾਜ਼ਾਰ ਦੇ ਵਿੱਚ। ਆਪਾਂ ਵਾਈਟ ਕਲਰ ਦੀ ਐਕਟੀਵਾ ਲੈ ਲਈਏ ਤਾਂ ਆਪਾਂ ਨੂੰ ਇੱਦਾਂ ਲੱਗਣ ਲੱਗ ਜਾਂਦਾ ਕਿ ਪਤਾ ਨਹੀਂ ਸਾਰਾ ਮਾਰਕੀਟ ਭਰੀ ਪਈ ਆ ਵਾਈਟ ਐਕਟੀਵਾਸ ਦੀ। ਸੋ ਇਹੀ ਟੈਕਨੀਕ ਕੰਮ ਕਰ ਰਹੀ ਹੁੰਦੀ ਹੈ। ਇਸ ਤਰੀਕੇ ਨਾਲ ਪੜ੍ਹਿਆ ਜ਼ਿਆਦਾ ਲੰਮੇ ਟਾਈਮ ਤੱਕ ਯਾਦ ਰਹਿੰਦਾ। ਧੰਨਵਾਦ ਸਾਰਿਆਂ ਦਾ।